ठीक है जी। वाहिगुरु जी का खालसा, वाहिगुरु जी की फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ। ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਵਿਆਗੜੇ ਕੀ ਵਾਰ ਮਹੀਨਾ ਚੌਥਾ ਦੀ ਲੜੀਵਾਰ ਵਿਚਾਰ ਕਰਦੇ ਹਾਂ। ਕੱਲ ਤੱਕ ਅਸੀਂ 9 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 10ਵੀਂ ਪੌੜੀ ਅਤੇ ਉਸ ਦੇ ਨਾਲ ਦੇ ਸ਼ਲੋਕਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗੇ ਜੀ। आओ पहला 10वीं पौड़ी के नाम जो पहला श्लोक है उसका पाठ कर लेंगे हम। श्लोक महला तीजा। सतगुर की सेवा सफल है जे को करे चित लाए। नाम पदार्थ पाइय अचिंत वसै मन आए। जन्म मरण दुख कटिय होमै ममता जाए। उत्तम पदवी पाइय सच्चे रह समाए। नानक पूरब जिनको लिखिया तिना सतगुर मिलिया आए। सतगुर की सेवा सफल है। सतगुर की सेवा की चीज है, ये गल असी बड़ी बारी अगे भी इस क्लास विचार कर चुके हैं। सतगुर की सेवा की हो सकती है। सतगुर की सेवा है सतगुर की दिती हुई जीवन जाच नू अपना लेना। सतगुर की सिक्ख्या नू अपने जीवन विच अपना लेना ही सतगुर की सेवा है। ਸਾਡੀ ਆਮ ਬੋਲਚਾਲ ਦੇ ਵਿੱਚ ਸੇਵਾ ਦਾ ਮਤਲਬ ਹੁੰਦਾ ਹੈ ਕਿਸੇ ਵਿਅਕਤੀ ਦੀ ਜ਼ਰੂਰਤਾਂ ਨੂੰ ਪੂਰਾ ਕਰਨਾ, ਉਹਦੇ ਵਾਸਤੇ ਕੋਈ ਕੰਮ ਕਰ ਦੇਣਾ। ਕੋਈ ਕਿਸੇ ਨੂੰ ਭੁੱਖ ਲੱਗੀ ਹੋਵੇ ਉਹਨੂੰ ਖਾਣਾ ਦੇ ਦੇਣਾ, ਕਿਸੇ ਨੂੰ ਪਿਆਸ ਲੱਗੀ ਹੋਵੇ ਉਹਨੂੰ ਪਾਣੀ ਪਿਲਾ ਦੇਣਾ, ਗਰਮੀ ਲੱਗ ਰਹੀ ਹੋਵੇ ਉਹਨੂੰ ਪੱਖਾ ਝੱਲਣਾ, ਜੋ ਕਿ ਅੱਜ ਕੱਲ੍ਹ ਭਾਵੇਂ ਜ਼ਰੂਰੀ ਨਹੀਂ ਰਹਿ ਗਿਆ। ਪੁਰਾਣੇ ਜ਼ਮਾਨੇ ਵਿੱਚ ਤਾਂ ਇਹ ਸੇਵਾ ਵੀ ਹੱਥੀਂ ਕਰਨੀ ਪੈਂਦੀ ਸੀ। ਅਨੇਕਾਂ ਮਤਲਬ ਜੋ ਸਰੀਰਕ ਕੰਫਰਟ ਵਾਸਤੇ ਜੋ ਕਿਸੇ ਦੀ ਜ਼ਰੂਰਤਾਂ ਪੂਰੀਆਂ ਕਰਨੀਆਂ, ਉਹਨਾਂ ਕੰਮਾਂ ਨੂੰ ਸੇਵਾ ਮੰਨਿਆ ਜਾਂਦਾ ਹੈ। ਸਤਿਗੁਰ ਪਹਿਲੀ ਗੱਲ ਤੇ ਸਤਿਗੁਰ ਸਾਡਾ ਕੌਣ ਹੈ? ਸਾਡਾ ਸਤਿਗੁਰੂ ਹੈ ਸ਼ਬਦ ਗੁਰੂ, ਜੋ ਕਿ ਸਰੀਰ ਨਹੀਂ ਹੈ, ਗਿਆਨ ਰੂਪ ਗੁਰੂ ਹੈ। ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ ਸਾਡਾ ਗੁਰੂ ਹੈ, ਜਿਹਦੇ ਵਿੱਚੋਂ ਸਾਨੂੰ ਜੀਵਨ ਦੀ ਜਾਚ ਮਿਲਦੀ ਹੈ। ਉਹ ਸ਼ਬਦ ਗੁਰੂ ਦੀਆਂ ਜੋ ਜ਼ਰੂਰਤਾਂ ਹਨ, ਜੋ ਸੇਵਾ ਹੈ, ਉਹ ਸਰੀਰਕ ਸੇਵਾ ਨਹੀਂ ਹੋ ਸਕਦੀ। ਬੜੇ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ 에ਅਰ ਕੰਡੀਸ਼ਨ ਕਮਰੇ ਵਿੱਚ ਰੱਖਦੇ ਹਨ, ਸਰਦੀਆਂ ਦੇ ਵਿੱਚ ਉਹਦੇ ਉੱਤੇ ਕੰਬਲ ਜਾਂ ਰਜਾਈਆਂ ਪਾ ਦਿੰਦੇ ਹਨ ਤੇ ਉਹ ਸਮਝਦੇ ਹਨ ਕਿ ਉਹ ਗੁਰੂ ਸਾਹਿਬ ਦੀ ਸੇਵਾ ਕਰ ਰਹੇ ਹਨ। ਇਹ ਬਹੁਤ ਵੱਡਾ ਭੁਲੇਖਾ ਹੈ ਜੋ ਅਲੱਗ-ਅਲੱਗ ਕਿਸਮ ਦੇ ਵਿਚਾਰਧਾਰਾ ਵਾਲੇ ਲੋਕ ਜਿਨ੍ਹਾਂ ਦਾ ਆਧਾਰ ਗੁਰੂ ਦੀ ਬਾਣੀ ਨਹੀਂ ਹੈ, ਜਿਹੜੇ ਹੋਰ ਸਰੋਤਾਂ ਤੋਂ ਆਪਣਾ ਗਿਆਨ ਹਾਸਲ ਕਰਕੇ ਆਏ ਹਨ, ਖਾਸ ਤੌਰ ਤੇ ਜਿਨ੍ਹਾਂ ਦੀ ਨਿਰਮਲਿਆਂ ਵਾਲੀ ਬੈਕਗ੍ਰਾਉਂਡ ਹੈ, ਜੋ ਸਨਾਤਨੀ ਧਰਮ ਗ੍ਰੰਥਾਂ ਤੋਂ ਜ਼ਿਆਦਾ ਪ੍ਰਭਾਵਿਤ ਹਨ, ਉਹਨਾਂ ਲੋਕਾਂ ਨੇ ਇਸ ਤਰੀਕੇ ਦੀਆਂ ਗੱਲਾਂ ਸਿੱਖ ਕੌਮ ਦੇ ਵਿੱਚ ਪ੍ਰਚਲਿਤ ਕਰ ਦਿੱਤੀਆਂ ਕਿ ਸਰਦੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਉੱਪਰ ਗਰਮ ਕੱਪੜੇ ਜਾਂ ਗਰਮ ਰੁਮਾਲੇ ਜਾਂ ਕੰਬਲ ਜਾਂ ਰਜਾਈਆਂ ਤੱਕ ਵੀ ਪਾਈਆਂ ਜਾਂਦੀਆਂ ਹਨ। ਗਰਮੀਆਂ ਦੇ ਮੌਸਮ ਦੇ ਵਿੱਚ ਸਾਰੀ ਰਾਤ ਸੁਖਾਸਨ ਵਾਲੇ ਸਥਾਨ ਤੇ ਵੀ ਪੱਖਾ ਚਾਲੂ ਰੱਖਿਆ ਜਾਂਦਾ ਹੈ ਜਾਂ 에ਅਰ ਕੰਡੀਸ਼ਨ ਚਾਲੂ ਰੱਖਿਆ ਜਾਂਦਾ ਹੈ, ਗੁਰੂ ਸਾਹਿਬ ਨੂੰ ਗਰਮੀ ਨਾ ਲੱਗੇ। तो ये सारिया भुलेखे पाऊ गल्लां ਹਨ और भरम जाल ਵਿੱਚ फसे हुए लोगों ਵੱਲੋਂ ਇਹ ਗੱਲਾਂ ਕੀਤੀਆਂ ਜਾਂਦੀਆਂ ਹਨ। गुरु ग्रंथ साहब ਦੀਆਂ ਜ਼ਰੂਰਤਾਂ, गुरु ग्रंथ साहब जी ਦੀ ਸੇਵਾ ਮਨੁੱਖੀ ਸਰੀਰ ਵਰਗੇ ਸੇਵਾ ਦੀ ਮੁਹਤਾਜ ਨਹੀਂ ਹੈ। गुरु ग्रंथ साहब जी ਦੀ ਸੇਵਾ ਕੇਵਲ ਤੇ ਕੇਵਲ ਗੁਰੂ ਦੀ ਬਾਣੀ ਦੀ ਸਿੱਖਿਆ ਨੂੰ ਸਾਡੇ ਅਸੀਂ ਆਪਣੇ ਜੀਵਨ ਵਿੱਚ ਅਪਣਾ ਲਈਏ, ਇਹ ਹੀ ਸੇਵਾ ਗੁਰੂ ਦੀ ਸੇਵਾ। ਇਸ ਤੋਂ ਵੱਡੀ ਹੋਰ ਕੋਈ ਸੇਵਾ ਹੋ ਵੀ ਨਹੀਂ ਸਕਦੀ। ਇਹ
ਸਾਡੇ ਸਟੇਜਾਂ ਤੇ ਵੀ ਸਾਡੇ ਪ੍ਰਚਾਰਕਾਂ ਵੱਲੋਂ ਵੀ ਬੜੇ ਇਸ ਤਰੀਕੇ ਦੇ ਭਰਮ ਭੁਲੇਖੇ ਪਾ ਦਿੱਤੇ ਜਾਂਦੇ ਹਨ। ਕਈ ਬੁਲਾਰੇ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੇ ਹਨ। ਉਹ ਇਹ ਚੀਜ਼ਾਂ ਗੁਰੂ ਦੀ ਸੇਵਾ ਦੇ ਨਾਮ ਦੇ ਉੱਤੇ ਕੁਝ ਭੁਲੇਖੇ ਪਾਉਣ ਵਾਲਾ ਕੰਮ ਕਰਦੀਆਂ ਹਨ। जिस सेवा की गल गुरबाणी कर रही है कि सतगुर की सेवा सफल है, ਉਹਦਾ ਭਾਵ ਹੈ ਕਿ ਜੇ ਕੋਈ ਮਨੁੱਖ ਸਤਿਗੁਰ ਦੀ ਦਿੱਤੀ ਹੋਈ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਪਣਾਉਂਦਾ ਹੈ, ਆਪਣਾ ਜੀਵਨ ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੇ ਅਨੁਸਾਰ ਬਤੀਤ ਕਰਦਾ ਹੈ, ਤਾਂ ਐਸਾ ਕੀਤਾ ਹੋਇਆ ਕੰਮ, ਇਸ ਤਰੀਕੇ ਨਾਲ ਬਤੀਤ ਕੀਤਾ ਹੋਇਆ ਜੀਵਨ ਦੇ ਅੰਦਰ ਇਸ ਤਰੀਕੇ ਨਾਲ ਕੰਮ ਕੀਤੇ ਹੋਏ ਸਫਲ ਹੁੰਦੇ ਹਨ। ਸਫਲ ਦਾ ਮਤਲਬ ਕੀ ਹੁੰਦਾ ਹੈ? ਜਿਸ ਚੀਜ਼ ਦੇ ਵਿੱਚੋਂ ਰਿਜ਼ਲਟ ਮਿਲਦਾ ਹੈ, ਫਲ ਦੀ ਪ੍ਰਾਪਤੀ ਹੁੰਦੀ ਹੈ। ਸਫਲ ਲਫ਼ਜ਼ ਬਣਿਆ ਹੈ ਸ ਜਮਾ ਫਲ ਤੋਂ, ਤੇ ਜਿਸ ਕੰਮ ਦੇ ਨਾਲ ਫਲ ਦੀ ਪ੍ਰਾਪਤੀ ਹੋ ਜਾਵੇ। ਫਲ ਕੀ ਹੁੰਦਾ ਹੈ? ਫਲ ਦਾ ਮਤਲਬ ਹੁੰਦਾ ਰਿਜ਼ਲਟ। ਅਸੀਂ ਕੋਈ ਵੀ ਕੰਮ ਕਰਦੇ ਹਾਂ, ਉਹਦਾ ਨਤੀਜਾ ਉਹ ਨਿਕਲੇ, ਜੋ ਕੰਮ ਜਿਸ ਮਕਸਦ ਵਾਸਤੇ ਅਸੀਂ ਕੰਮ ਕੀਤਾ ਹੈ, ਸਾਡੇ ਮਕਸਦ ਦੀ ਪੂਰਤੀ ਹੋਵੇ, ਤਾਂ ਅਸੀਂ ਕਹਿੰਦੇ ਹਾਂ ਕਿ ਸਾਡਾ ਕੀਤਾ ਹੋਇਆ ਕੰਮ ਸਫਲ ਹੋਇਆ ਹੈ, ਸਾਨੂੰ ਰਿਜ਼ਲਟ ਮਿਲ ਗਿਆ ਹੈ, ਸਾਨੂੰ ਫਲ ਦੀ ਪ੍ਰਾਪਤੀ ਹੋਈ ਹੈ। तो सतगुर ਦੀ ਸੇਵਾ ਰਿਜ਼ਲਟ ਦਿੰਦੀ ਹੈ, ਫਲ ਦਿੰਦੀ ਹੈ। ਕੀ ਫਲ ਦਿੰਦੀ ਹੈ? ਸਤਿਗੁਰ ਦੀ ਸੇਵਾ ਦਾ, ਸਤਿਗੁਰ ਦੇ ਉਪਦੇਸ਼ ਦਾ ਜੋ ਮੁੱਖ ਮਨੋਰਥ ਹੈ, ਉਹ ਹੈ ਕਿ ਮਨੁੱਖ ਮਾਤਰ ਨੂੰ ਪ੍ਰਭੂ ਦੇ ਨਾਮ ਦੇ ਨਾਲ ਜੋੜਨਾ, ਪ੍ਰਭੂ ਦੇ ਨਾਮ ਧਨ ਦੀ ਉਸ ਨੂੰ ਪ੍ਰਾਪਤੀ ਕਰਵਾਉਣੀ। ਉਹ ਨਾਮ ਧਨ ਦੀ ਪ੍ਰਾਪਤੀ ਹੋ ਜਾਣਾ, ਇਹ ਫਲ ਦੀ ਪ੍ਰਾਪਤੀ। ਤੋ ਸਤਿਗੁਰ ਦੀ ਸੇਵਾ ਦੇ ਨਾਲ ਜੇ ਮਨੁੱਖ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ, ਨਾਮ ਧਨ ਮਿਲ ਜਾਂਦਾ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸੇਵਾ ਕੀਤੀ ਹੋਈ ਸਫਲ ਹੋਈ ਹੈ। ਤੇ ਗੁਰੂ ਸਾਹਿਬ ਇਸ ਗੱਲ ਦੀ ਅਸ਼ੋਰੈਂਸ ਦੇ ਰਹੇ ਹਨ ਕਿ ਸਤਿਗੁਰ ਦੀ ਸੇਵਾ ਸਫਲ ਹੈ ਜੀ, ਪਰ ਕੰਡੀਸ਼ਨ ਇੱਕੋ ਹੀ ਹੈ, ਜੇ ਕੋ ਕਰੇ ਚਿੱਤ ਲਾਓ, ਚਿੱਤ ਲਾ ਕੇ, ਮਨ ਟਿਕਾ ਕੇ, ਬੇਮਨੇ ਦੇ ਨਾਲ ਨਹੀਂ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋ ਕੇ ਨਹੀਂ, ਮੂੰਹੋਂ ਗੱਲਾਂ ਹੋਰ ਕਰਨੀਆਂ, ਅੰਦਰ ਭਾਵਨਾ ਕੁਝ ਹੋਰ ਹੋਣੀ, ਤਾਂ ਇਹ ਸੇਵਾ ਸਫਲ ਨਹੀਂ ਹੁੰਦੀ। ਪਰ ਅਗਰ ਜੇ ਇੱਕ ਮਨ ਇੱਕ ਚਿੱਤ ਹੋ ਕੇ, ਮਨ ਬਚਨ ਤੇ ਕਰਮ ਇਹ ਤਿੰਨੋਂ ਇੱਕੋ ਹੀ ਚੀਜ਼ ਦੇ ਨਾਲ ਜੁੜੇ ਹੋਣ, ਇੱਕੋ ਹੀ ਕੰਮ ਤਰੀਕੇ ਦੇ ਨਾਲ ਕੰਮ ਕਰਦੇ ਹੋਣ, ਤਾਂ ਗੁਰੂ ਦੇ ਉਪਦੇਸ਼ ਦੀ ਕੀਤੀ ਹੋਈ ਕਮਾਈ, ਗੁਰੂ ਦੇ ਉਪਦੇਸ਼ ਦੇ ਅਨੁਸਾਰ ਜੀਵਨ ਨੂੰ ਚਲਾਇਆ ਹੋਇਆ ਫਲ ਦਿੰਦਾ ਹੈ, ਸਫਲਤਾ ਪ੍ਰਾਪਤ ਕਰਵਾਉਂਦਾ ਹੈ। ਉਹ ਸਫਲਤਾ ਹੁੰਦੀ ਹੈ ਨਾਮ ਧਨ ਦੀ ਪ੍ਰਾਪਤੀ। ਇਹ ਗੁਰੂ ਸਾਹਿਬ ਇਸ ਗੱਲ ਦੀ ਗਰੰਟੀ ਦੇ ਰਹੇ ਹਨ, ਅਸ਼ੋਰੈਂਸ ਦੇ ਰਹੇ ਹਨ ਕਿ ਸਤਿਗੁਰ की सेवा सफल है, जे को करे चित लाए, चित ला के ਮਨ ਬਚਨ ਤੇ ਕਰਮ ਇੱਕ ਸਿੰਕਰੋਨਾਈਜੇਸ਼ਨ ਵਿੱਚ ਹੋਣ, ਇਕਸਾਰ ਹੋਣ, ਤਾਂ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਬਤੀਤ ਕੀਤਾ ਹੋਇਆ ਜੀਵਨ ਫਲ ਦੀ ਪ੍ਰਾਪਤੀ ਕਰਵਾਉਂਦਾ ਹੈ। ਉਹ ਫਲ ਹੁੰਦਾ ਹੈ ਪ੍ਰਭੂ ਦਾ ਨਾਮ। ਔਰ ਇਸੇ ਗੱਲ ਨੂੰ ਅਗਲੀ ਪੰਕਤੀ 'ਚ ਗੁਰੂ ਸਾਹਿਬ ਸਪਸ਼ਟ ਕਰ ਰਹੇ ਹਨ ਕਿ ਨਾਮ ਪਦਾਰਥ ਪਾਈਐ, ਅਚਿੰਤ ਵਸੈ ਮਨ ਆਏ। ਨਾਮ ਪਦਾਰਥ ਹੈ, ਨਾਮ ਦਾ ਨਾਮ ਰੂਪੀ ਧਨ। ਇਸ ਨੂੰ ਧਨ ਇਸ ਕਰਕੇ ਕਿਹਾ ਗਿਆ ਹੈ ਕਿ ਜਿਵੇਂ ਦੁਨਿਆਵੀ ਜੀਵਨ ਦੀ ਲੋੜ ਹੈ ਧਨ ਪਦਾਰਥ, ਜਿਹਦੇ ਨਾਲ ਅਸੀਂ ਆਪਣੇ ਜੀਵਨ ਨਿਰਵਾਹ ਦੀਆਂ ਵਸਤੂਆਂ ਖਰੀਦ ਸਕਦੇ ਹਾਂ, ਜੀਵਨ ਚਲਾ ਸਕਦੇ ਹਾਂ। तो ਸਰੀਰਕ ਜੀਵਨ ਨੂੰ ਚਲਾਉਣ ਵਾਸਤੇ ਧਨ ਦੀ ਜ਼ਰੂਰਤ ਪੈਂਦੀ ਹੈ। ਇਵੇਂ ਹੀ ਆਤਮਿਕ ਤਰੱਕੀ ਕਰਨ ਵਾਸਤੇ, ਪ੍ਰਭੂ ਦੇ ਨਾਲ ਨੇੜਤਾ ਹਾਸਲ ਕਰਨ ਵਾਸਤੇ ਨਾਮ ਧਨ ਦੀ ਜ਼ਰੂਰਤ ਹੈ। ਉਹ ਨਾਮ ਧਨ ਹੈ ਪ੍ਰਭੂ ਦੀ ਸਿਫਤ ਸਲਾਹ, ਪ੍ਰਭੂ ਦੀ ਗੁਣਾ ਦੀ ਵਿਚਾਰ, ਇਹ ਹੈ ਨਾਮ ਧਨ। तो नाम धन ये नहीं है कि ਕਿਸੇ ਇੱਕ ਅੱਖਰ ਨੂੰ ਬਾਰ-ਬਾਰ ਦੁਹਰਾਈ ਜਾਣਾ, ਜਿਵੇਂ ਅੱਜ ਕੱਲ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਇਹ ਪ੍ਰਭਾਵ ਹੈ ਕਿ ਵਾਹਿਗੁਰੂ ਲਫ਼ਜ਼ ਨੂੰ ਬਾਰ-ਬਾਰ ਦੁਹਰਾਇਆ ਜਾਵੇ ਤਾਂ ਇਹ ਨਾਮ ਸਿਮਰਨ ਹੁੰਦਾ, ਕਿ ਇਹ ਨਾਮ ਧਨ ਸੰਚਨ ਹੁੰਦਾ। ਵਾਹਿਗੁਰੂ ਅਗਰ ਜੇ ਹਿਰਦੇ ਦੇ ਵਿੱਚੋਂ ਭਾਵਨਾ ਦੇ ਨਾਲ ਉਸ ਅਸਰਜ ਦੀ ਵਿਸਮਾਦ ਦੀ ਅਵਸਥਾ ਦੇ ਵਿੱਚ ਪਹੁੰਚੀ ਹੋਈ रूह ਦੇ ਵਿੱਚੋਂ ਨਿਕਲੇ ਵਾਹ,
ਉਹਦੇ ਵਿੱਚ ਕੋਈ ਬਨਾਵਟੀਪਨ ਨਾ ਹੋਵੇ, ਉਹਦੇ ਵਿੱਚ ਕੋਈ ਓਪਰਾਪਨ ਨਾ ਹੋਵੇ, ਕੇਵਲ ਮੂੰਹ ਤੋਂ ਬੋਲਿਆ ਹੋਇਆ ਵਾਹ ਨਾ ਹੋਵੇ, ਬਲਕਿ ਹਿਰਦੇ ਦੀ ਭਾਵਨਾ ਦੇ ਵਿੱਚੋਂ ਮਨ ਚਿੱਤ ਕਰਕੇ, ਮਨ ਦੇ ਵਿੱਚੋਂ ਚਿੱਤ ਦੇ ਵਿੱਚੋਂ ਭਾਵਨਾ ਦੇ ਨਾਲ ਵਾਹ ਸ਼ਬਦ ਨਿਕਲੇ, ਜੋ ਕਿ ਵਿਸਮਾਦ ਵਿੱਚ ਪਹੁੰਚੀ ਹੋਈ ਅਵਸਥਾ ਦਾ ਸੂਚਕ ਹੈ, ਤਾਂ ਉਹ ਵਾਹ ਬੋਲਿਆ ਹੋਇਆ ਵੀ ਸਫਲ ਹੁੰਦਾ ਹੈ। ਤੇ ਐਸੀ ਅਵਸਥਾ ਦੇ ਵਿੱਚ ਉਚਰਿਆ ਹੋਇਆ ਵਾਹ ਲਫ਼ਜ਼ ਵੀ ਪ੍ਰਭੂ ਦੀ ਸਿਫਤ ਸਲਾਹ ਦਾ ਹੀ ਇੱਕ ਹਿੱਸਾ ਹੁੰਦਾ ਹੈ। तो सोच विचार के प्रभु ਦੇ ਕਰਨ ਦੀ ਸਮਰੱਥਾ ਤੋਂ ਉੱਪਰ ਪਹੁੰਚ ਜਾਏ ਕੋਈ, ਤਾਂ ਉੱਥੇ ਵਿਸਮਾਦ ਵਿੱਚ ਅਸਰਤਾ ਦੀ ਉਸ ਅਵਸਥਾ ਦੇ ਵਿੱਚੋਂ ਇਹ ਲਫ਼ਜ਼ ਨਿਕਲਦਾ ਹੈ ਵਾਹ। ਐਸੇ ਅਵਸਥਾ ਦੇ ਵਿੱਚੋਂ ਵਾਹਿਗੁਰੂ ਉਚਾਰਿਆ ਹੋਇਆ ਵੀ ਸਫਲ ਹੈ। ਤੇ ਨਾਮ ਪਦਾਰਥ ਜੋ ਗੁਰਬਾਣੀ ਜਿਸ ਗੱਲ ਦੀ ਸਾਨੂੰ ਸੇਧ ਦਿੰਦੀ ਹੈ, ਉਹ ਹੈ ਪ੍ਰਭੂ ਦੇ ਗੁਣਾਂ ਦੀ ਵਿਚਾਰ, ਪ੍ਰਭੂ ਦੀ ਸਿਫਤ ਸਲਾਹ। ਉਹ ਐਸੀ ਕਾਰ ਕਰਦਿਆਂ ਹੋਇਆਂ, ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਿਆਂ ਹੋਇਆਂ ਸਾਨੂੰ ਕੀ ਫਲ ਮਿਲਦਾ ਹੈ, ਉਹਦਾ ਰਿਜ਼ਲਟ ਕੀ ਮਿਲਦਾ ਹੈ ਕਿ ਅਚਿੰਤ ਵਸੈ ਮਨ ਆਏ। ਅਚਿੰਤ ਜਿਹੜਾ ਤੱਤੇ ਨੂੰ ਔਂਕੜ ਦੇ ਨਾਲ ਆਇਆ ਹੈ, ਇਹ ਇੱਕ ਵਚਨ ਨਾਮ ਹੈ, ਪ੍ਰਭੂ ਦਾ ਸਿਫਾਤੀ ਨਾਮ ਹੈ। ਅਚਿੰਤ ਦਾ ਅਰਥ ਹੈ ਉਹ ਪ੍ਰਭੂ ਜੋ ਚਿੰਤਾ ਤੋਂ ਰਹਿਤ ਹੈ। ਹਰ ਮਨੁੱਖੀ ਜੋ ਹੋਂਦ ਹੈ, ਮਨੁੱਖੀ ਜੋ ਇਨਸਾਨ ਜਿੰਨੇ ਵੀ ਹਨ, ਉਹ ਸਾਰੇ ਹੀ ਚਿੰਤਾ ਤੋਂ ਪ੍ਰਭਾਵਿਤ ਹੁੰਦੇ ਹਨ। ਉਹਨਾਂ ਨੂੰ ਚਿੰਤਾ ਗ੍ਰਸਦੀ ਹੈ, ਚਿੰਤਾ ਦੇ ਨਾਲ ਉਹ ਪੀੜਿਤ ਹੁੰਦੇ ਹਨ। ਪਰ ਪ੍ਰਭੂ ਹਰ ਕਿਸਮ ਦੇ ਫਿਕਰ ਤੋਂ, ਚਿੰਤਾ ਤੋਂ ਅਲੇਪ ਹੈ। ਇਸ ਕਰਕੇ ਹੀ ਪ੍ਰਭੂ ਦੇ ਵਾਸਤੇ ਨਾਮ ਵਰਤਿਆ ਜਾਂਦਾ ਹੈ ਕਿ ਉਹ ਅਚਿੰਤ ਹੈ। तो इतने प्रभु के वास्ते गुरु साहब ने लफ्ज वरत्या है कि अचिंत वस्सै मन आए। वो अचिंत प्रभु जो चिंता तो रहत है, वो उस अभिलाखी दे, उस नाम पदार्थ दे प्राप्ति करने वाले इंसान दे मन दे विच वस जाता है, टिक जाता है। तो मन दे विच नाम टिकन तो भाव है कि ਉਹਦੀ ਜ਼ਿੰਦਗੀ ਦਾ ਹਰ ਸਵਾਸ, ਉਹਦੀ ਜ਼ਿੰਦਗੀ ਦਾ ਹਰ ਕਰਮ, ਉਹਦੇ ਮਨ ਦਾ ਹਰ ਵਿਚਾਰ ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਹੁੰਦਾ ਹੈ। ਪ੍ਰਭੂ ਦੀ ਰਜ਼ਾ ਦੇ ਵਿੱਚ ਰਹਿ ਕੇ ਹੀ ਉਹਦਾ ਜੀਵਨ ਬਤੀਤ ਹੁੰਦਾ ਹੈ। ਇਹ ਭਾਵ ਹੁੰਦਾ ਹੈ ਜਦੋਂ ਗੁਰਬਾਣੀ ਵਿੱਚ ਇਹ ਗੱਲ ਬਿਆਨ ਕੀਤੀ ਜਾਂਦੀ ਹੈ ਕਿ ਮਨ ਵਿੱਚ ਪ੍ਰਭੂ ਵਸ ਗਿਆ। ਦਾ ਇੱਕ ਇਸ਼ਾਰਾ ਮਿਲਦਾ ਹੈ ਸਾਨੂੰ ਗੁਰਬਾਣੀ ਦੀ ਇਸ ਪੰਕਤੀ ਤੋਂ ਕਿ ਨਿਕਟ ਬੁਝੈ ਸੋ ਬੁਰਾ ਕਿਉਂ ਕਰੇ। ਕਿ ਜਿਹੜਾ ਇਨਸਾਨ ਪ੍ਰਭੂ ਨੂੰ ਆਪਣੇ ਨੇੜੇ ਜਾਣਦਾ ਹੈ, ਨਿਕਟ ਜਾਣਦਾ ਹੈ, ਉਹ ਕੋਈ ਬੁਰਾ ਕੰਮ, ਕੋਈ ਗਲਤ ਕੰਮ ਕਰ ਹੀ ਨਹੀਂ ਸਕਦਾ। ਕਿਉਂਕਿ ਪ੍ਰਭੂ ਦੀ ਹਜ਼ੂਰੀ ਦੇ ਅੰਦਰ ਕੋਈ ਵੀ ਇਨਸਾਨ ਪ੍ਰਭੂ ਦੇ ਹੁਕਮ ਤੋਂ, ਪ੍ਰਭੂ ਦੀ ਰਜ਼ਾ ਤੋਂ ਉਲਟ ਕੰਮ ਕਰਨ ਦੀ ਜੁਰਤ ਨਹੀਂ ਕਰ ਸਕਦਾ। तो इस करके ਜਿਹੜਾ ਵੀ ਆਪਣੇ ਨੇੜੇ ਪ੍ਰਭੂ ਨੂੰ ਜਾਣਦਾ ਹੈ, ਜਿਹੜਾ ਪ੍ਰਭੂ ਨੂੰ ਅੰਗ ਸੰਗ ਜਾਣਦਾ ਹੈ, ਉਹ ਗਲਤ ਕੰਮ ਕਰ ਹੀ ਨਹੀਂ ਸਕਦਾ। ਇਹ ਜਿਸ ਇਨਸਾਨ ਦੇ ਸਾਰੀ ਜ਼ਿੰਦਗੀ ਦਾ ਹਰ ਕਰਮ, ਹਰ ਵਿਚਾਰ ਪ੍ਰਭੂ ਦੀ ਰਜ਼ਾ ਦੇ ਅਨੁਕੂਲ ਹੋ ਜਾਵੇ, ਉਹਦੇ ਵਾਸਤੇ ਹੀ ਇਹ ਲਫ਼ਜ਼ ਬਿਆਨ ਕੀਤੇ ਜਾ ਸਕਦੇ ਹਨ ਕਿ ਉਹਦੇ ਮਨ ਦੇ ਵਿੱਚ ਪ੍ਰਭੂ ਵਸ ਰਿਹਾ ਹੈ, ਉਹ ਅਚਿੰਤ ਉਹਦੇ ਮਨ ਵਿੱਚ ਵਸ ਰਿਹਾ। ਇਹ ਮੁਮਕਿਨ ਹੁੰਦਾ ਹੈ ਜੇ ਸਤਿਗੁਰ ਦੀ ਸੇਵਾ ਚਿੱਤ ਲਾ ਕੇ ਕੀਤੀ ਜਾਏ। ਸਤਿਗੁਰ ਦੀ ਸੇਵਾ ਸਫਲ ਹੈ, ਉਹ ਕੀ ਸਫਲਤਾ ਮਿਲਦੀ ਹੈ, ਕੀ ਫਲ ਪ੍ਰਾਪਤ ਹੁੰਦਾ ਹੈ? ਚਿੱਤ ਲਾ ਕੇ ਕਰਨ ਦੇ ਨਾਲ ਨਾਮ ਪਦਾਰਥ ਪਾਈਏ, ਅਚਿੰਤ ਵਸੈ ਮਨ ਆਏ। ਪ੍ਰਭੂ ਦੇ ਨਾਮ ਦੇ ਨਾਲ ਇਨਸਾਨ ਦੀ ਸੁਰਤ ਸੋਚ ਜੁੜ ਜਾਂਦੀ ਹੈ ਤੇ ਉਹ ਅਚਿੰਤ ਪ੍ਰਭੂ ਉਹਦੇ ਮਨ ਵਿੱਚ ਵਸ ਜਾਂਦਾ ਹੈ। ਤੇ ਹੁਣ ਮਨ ਵਿੱਚ ਪ੍ਰਭੂ ਦੀ ਯਾਦ ਵਸਣ ਦੇ ਨਾਲ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਜੀਵਨ ਦੇ ਵਿੱਚ ਕੀ ਫਰਕ ਪੈ ਜਾਂਦਾ ਹੈ ਕਿ ਜਨਮ ਮਰਨ ਦੁੱਖ ਕੱਟੀਐ, ਹਉਮੈ ਮਮਤਾ ਜਾਏ। ਉਹਦੇ ਵਿਹਾਰ ਵਿੱਚੋਂ, ਉਹਦੇ ਕਰਮਾਂ ਦੇ ਵਿੱਚੋਂ, ਉਹਦੇ ਵਿਚਾਰਾਂ ਦੇ ਵਿੱਚੋਂ ਮੈਂ ਮੇਰੀ ਦੀ ਭਾਵਨਾ ਤੇ ਮੇਰੇ ਤੇ ਤੇਰੇ ਦਾ ਫੇਰ ਤੇਰੇ ਦਾ ਫਰਕ, वो जो होम है और ममता का जो सारी उम्र का दुख है,
ਉਹ ਉਹਦੇ ਅੰਦਰੋਂ ਕੱਟਿਆ ਜਾਂਦਾ ਹੈ। ਤੇ ਜਿਹਦੇ ਫਲਸਰੂਪ ਉਹ ਇਸ ਤਰੀਕੇ ਦਾ ਜੀਵਨ ਜਿਉਂਦਾ ਹੈ ਕਿ ਉਹਦਾ ਅਲਟੀਮੇਟਲੀ ਪ੍ਰਭੂ ਦੇ ਨਾਲ ਨੇੜਤਾ ਦਾ ਸੰਬੰਧ ਬਣ ਜਾਂਦਾ ਹੈ, ਪ੍ਰਭੂ ਦੇ ਨਾਲ ਇਕਮਿਕ ਹੋ ਜਾਂਦਾ ਹੈ। ਉਹ ਜਨਮ ਮਰਨ ਦੇ ਗੇੜ ਵਿੱਚ ਉਹਨੂੰ ਨਹੀਂ ਪੈਣਾ ਪੈਂਦਾ। ਉਹ ਜਨਮ ਮਰਨ ਦੁੱਖ ਕੱਟੀ ਹੈ, ਹਉਮੈ ਮਮਤਾ ਜਾਏ। ਉਹਦੇ ਅੰਦਰੋਂ ਮੈਂ ਮੇਰੀ ਦੀ ਹਉਮੈ ਦੀ ਭਾਵਨਾ ਨਿਕਲ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਉਹ ਇਸ ਤਰੀਕੇ ਦਾ ਉਹਦਾ ਜੀਵਨ ਹੋ ਜਾਂਦਾ ਹੈ ਕਿ ਉਹਦੇ ਵਿੱਚ ਇਹ ਹਉਮੈ ਦਾ ਭਾਵ ਮੁੱਕ ਜਾਂਦਾ ਹੈ। ਤੇ ਜੋ ਹਉਮੈ ਦੇ ਭਾਵ ਨੂੰ ਦੂਰ ਕਰ ਲੈਂਦਾ ਹੈ ਉਹ ਹੀ ਪ੍ਰਭੂ ਦੇ ਨਾਮ ਦੇ ਨਾਲ ਜੁੜ ਸਕਦਾ ਹੈ। ਗੁਰਬਾਣੀ ਦਾ ਬੜਾ ਸਪਸ਼ਟ ਫਰਮਾਨ ਹੈ ਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਂ। ਇੱਕ ਥਾਂ ਤੇ ਦੋਵੇਂ ਇਕੱਠੇ ਨਹੀਂ ਵਸਦੇ। ਜਿੱਥੇ ਹਉਮੈ ਹੁੰਦੀ ਹੈ ਉੱਥੇ ਨਾਮ ਨਹੀਂ ਵਸਦਾ, ਤੇ ਜਿੱਥੇ ਨਾਮ ਟਿਕ ਜਾਂਦਾ ਹੈ ਉੱਥੋਂ ਹਉਮੈ ਦਾ ਨਾਸ ਹੋ ਜਾਂਦਾ ਹੈ। ਨਾਮ ਮਨ ਦੇ ਵਿੱਚ ਟਿਕਣ ਦਾ ਸਦਕਾ ਜਨਮ ਮਰਨ ਦੁੱਖ ਕੱਟੀਐ, ਹਉਮੈ ਮਮਤਾ ਜਾਏ। ਐਸੀ ਅਵਸਥਾ ਨੂੰ ਗੁਰੂ ਸਾਹਿਬ ਨੇ ਉੱਤਮ ਪਦਵੀ ਦਾ ਨਾਮ ਦਿੱਤਾ ਹੈ। ਉੱਤਮ ਪਦਵੀ ਪਾਈ ਹੈ, ਸੱਚੇ ਰਹਿ ਸਮਾਏ। ਇਸ ਤਰੀਕੇ ਦੇ ਨਾਲ ਜਿਹੜਾ ਇਸ ਤਰੀਕੇ ਦਾ ਜੀਵਨ ਹੋ ਜਾਂਦਾ ਹੈ, ਜਿਹਦੇ ਅੰਦਰੋਂ ਹਉਮੈ ਦਾ ਨਾਸ ਹੋ ਜਾਂਦਾ ਹੈ, ਜਿਹਦੇ ਅੰਦਰ ਪ੍ਰਭੂ ਦਾ ਨਾਮ ਟਿਕ ਗਿਆ ਹੁੰਦਾ ਹੈ, ਇਹ ਅਵਸਥਾ ਬੜੀ ਉੱਚੀ ਅਵਸਥਾ ਹੈ। ਤੇ ਇਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਸ ਇਨਸਾਨ ਨੂੰ ਲੈ ਜਾਂਦਾ ਹੈ। ਉਹ ਹਰ ਸਮੇਂ ਉਸ ਸੱਚੇ ਪ੍ਰਭੂ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਦੇ ਵਿੱਚ ਹੀ ਲੀਨ ਰਹਿੰਦਾ ਹੈ, ਉਹਦੇ ਪਿਆਰ ਦੇ ਰੰਗ ਵਿੱਚ ਹੀ ਸਮਾਇਆ ਰਹਿੰਦਾ ਹੈ। ਇਹ ਐਸੀ ਉੱਤਮ ਪਦਵੀ ਉਸ ਨੂੰ ਮਿਲ ਜਾਂਦੀ ਹੈ ਜਿੱਥੇ ਕੋਈ ਵਿਕਾਰ, ਕੋਈ ਹੋਰ ਰਜ਼ਾ ਤੋਂ ਉਲਟ ਕੋਈ ਖਿਆਲ ਕਦੀ ਆ ਹੀ ਨਹੀਂ ਸਕਦਾ, ਉਸ ਨੂੰ ਕਦੀ ਡੁਲਾ ਨਹੀਂ ਸਕਦਾ। ਉਹ ਸਦੀਵੀ ਆਨੰਦ ਦੀ ਖੇੜੇ ਦੀ ਅਵਸਥਾ ਹੁੰਦੀ ਹੈ, ਜਿਸ ਨੂੰ ਕਿ ਗੁਰੂ ਸਾਹਿਬ ਨੇ ਉੱਤਮ ਪਦਵੀ ਦੇ ਲਫ਼ਜ਼ਾਂ ਦੇ ਨਾਲ ਬਿਆਨ ਕੀਤਾ ਹੈ। ਉੱਤਮ ਪਦਵੀ ਪਾਈ ਹੈ, ਸੱਚੇ ਰਹਿ ਸਮਾਏ। ਹਮੇਸ਼ਾ ਵਾਸਤੇ ਉਹ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੀ ਯਾਦ ਵਿੱਚ, ਉਹਦੇ ਪਿਆਰ ਦੇ ਵਿੱਚ ਹੀ ਲੀਨ ਰਹਿੰਦਾ ਹੈ। ਇਹ ਸਭ ਕੁਝ ਮੁਮਕਿਨ ਹੁੰਦਾ ਕਿਵੇਂ ਹੈ, ਕਿਹਨਾਂ ਨੂੰ ਇਹ ਅਵਸਥਾ ਮਿਲਦੀ ਹੈ, ਇਹ ਉੱਤਮ ਪਦਵੀ ਮਿਲਦੀ ਹੈ। ਉਹ ਆਖਰੀ ਪੰਕਤੀ ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਨਾਨਕ ਪੂਰਬ ਜਿਨ ਕੋ ਲਿਖਿਆ ਤਿਨਾ ਸਤਿਗੁਰ ਮਿਲਿਆ ਆਏ। ਉਹ ਸਤਿਗੁਰ ਦੇ ਮਿਲਾਪ ਦਾ ਸਦਕਾ ਹੀ ਐਸੀ ਅਵਸਥਾ ਪ੍ਰਾਪਤ ਹੁੰਦੀ ਹੈ। ਜਿਹੜੇ ਸਤਿਗੁਰ ਦੇ ਸਨਮੁਖ ਹੋ ਕੇ ਸਤਿਗੁਰ ਦੀ ਸੇਵਾ ਕਮਾਉਂਦੇ ਹਨ, ਭਾਵ ਸਤਿਗੁਰ ਦੀ ਦਿੱਤੀ ਹੋਈ ਸਿੱਖਿਆ ਨੂੰ ਜੀਵਨ ਵਿੱਚ ਅਪਣਾ ਲੈਂਦੇ ਹਨ, ਉਹਨਾਂ ਨੂੰ ਹੀ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਪਰ ਸਤਿਗੁਰ ਦਾ ਮਿਲਾਪ ਜਿਹਨਾਂ ਨੂੰ ਪ੍ਰਾਪਤ ਹੁੰਦਾ ਹੈ, ਉਹ ਵੀ ਆਪਣੇ ਆਪ ਵਿੱਚ ਕੋਈ ਸੌਖੀ ਗੱਲ ਨਹੀਂ ਹੈ। ਕੋਈ ਇਨਸਾਨ ਦੇ ਅੰਦਰ ਇੰਨੀ ਸਮਰੱਥਾ ਹੋਣੀ ਵੀ ਬੜੀ ਰੇਅਰ ਗੱਲ ਹੈ ਕਿ ਉਹ ਸੱਚੇ ਗੁਰੂ ਦੀ ਪਛਾਣ ਕਰ ਸਕੇ, ਸੱਚੇ ਗੁਰੂ ਦੀ ਸੰਗਤ ਵਿੱਚ ਜੁੜ ਸਕੇ। ਇਹ ਵੀ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ। ਵੱਡੇ ਭਾਗ ਹੁੰਦੇ ਹਨ ਜਿਨ੍ਹਾਂ ਦੇ ਅੰਦਰ ਪਹਿਲਾਂ ਤੋਂ ਚੰਗੇ ਸੰਸਕਾਰਾਂ ਦੇ ਅਨੁਸਾਰ ਉਹਨਾਂ ਦੇ ਮਨੋ ਮਸਤਕ ਦੇ ਉੱਤੇ ਲੇਖ ਲਿਖਿਆ ਹੁੰਦਾ ਹੈ। ਉਹਨਾਂ ਦੇ ਪਹਿਲੇ ਕੀਤੇ ਹੋਏ ਕਰਮਾਂ ਦੇ ਐਸੇ ਚੰਗੇ ਸੰਸਕਾਰ ਹੁੰਦੇ ਹਨ ਜਿਹੜੇ ਉਹਨਾਂ ਨੂੰ ਸਤਿਗੁਰ ਦੀ ਨੇੜਤਾ ਦਿੰਦੇ ਹਨ ਤੇ ਸਤਿਗੁਰ ਨਾਲ ਉਹਨਾਂ ਦਾ ਮਿਲਾਪ ਹੁੰਦਾ ਹੈ। ਉਹ ਸਤਿਗੁਰ ਦੇ ਸ਼ਰਨ ਤਾਂ ਹੀ ਪੈਂਦੇ ਹਨ ਜਦੋਂ ਉਹਨਾਂ ਦੇ ਮਨ ਦੇ ਅੰਦਰ ਐਸੇ ਸੰਸਕਾਰ ਹੁੰਦੇ ਹਨ ਜਿਹੜੇ ਪ੍ਰਭੂ ਦੀ ਪਿਆਰ ਦੀ, ਜਿਨ੍ਹਾਂ ਦੇ ਮਨ ਦੇ ਅੰਦਰ ਚਾਹਤ ਹੁੰਦੀ ਹੈ, ਇੱਛਾ ਹੁੰਦੀ ਹੈ, ਤਾਂ ਉਹ ਸਤਿਗੁਰ ਦੀ ਸ਼ਰਨ ਵਿੱਚ ਪੈਂਦੇ ਹਨ। ਬਾਣੀ ਵਿੱਚ ਇਹ ਗੱਲ ਬਾਰ-ਬਾਰ ਦ੍ਰਿੜ ਕਰਵਾਈ ਗਈ ਹੈ ਕਿ ਬਈ ਸਤਿਗੁਰ ਦੇ ਨਾਲ ਮਿਲਾਪ, ਸਤਿਗੁਰ ਦੀ ਸੰਗਤ ਵੀ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਉੱਤੇ ਪ੍ਰਭੂ ਦੀ ਮਿਹਰ ਭਰੀ ਨਜ਼ਰ ਹੁੰਦੀ ਹੈ। ਇਸੇ ਮਿਹਰ ਦੀ, ਪ੍ਰਭੂ ਦੀ ਬਖਸ਼ਿਸ਼ ਨੂੰ ਹੀ ਇਹਨਾਂ ਲਫ਼ਜ਼ਾਂ ਦੇ ਨਾਲ ਵੀ ਬਿਆਨ ਕੀਤਾ ਗਿਆ ਹੈ ਕਿ ਨਾਨਕ ਪੂਰਬ ਜਿਨ ਕੋ ਲਿਖਿਆ। ਇਹ ਪੂਰਬ ਲਿਖਿਆ, ਪੂਰਬ ਸੰਸਕਾਰ, ਪਹਿਲਾ ਜੋ ਲਿਖਿਆ ਹੋਇਆ ਲੇਖ ਹੈ, ਜੋ ਇਹ ਸੰਸਕਾਰ ਹਨ, ਇਹ ਵੀ ਪ੍ਰਭੂ ਦੀ ਬਖਸ਼ਿਸ਼ ਸਦਕਾ ਹੀ ਬਣਦੇ ਹਨ। ਉਹਨਾਂ ਨੂੰ ਹੀ ਇਹ ਸਤਿਗੁਰ ਦੇ ਨਾਲ ਮਿਲਾਪ ਹਾਸਲ ਹੁੰਦਾ ਹੈ। ਸਤਿਗੁਰ ਦਾ ਮਿਲਾਪ ਫਿਰ ਅੱਗੋਂ ਇਹ ਸਾਰਾ ਪ੍ਰੋਸੈਸ ਜੋ ਹੈ ਉਹ ਸ਼ੁਰੂ ਕਰਵਾ ਦਿੰਦਾ ਹੈ ਕਿ ਜੀਵਨ ਦੇ ਅੰਦਰ ਤਬਦੀਲੀ ਆ ਜਾਂਦੀ ਹੈ, ਮਨ ਦੇ ਵਿੱਚੋਂ ਹਉਮੈ ਕੱਟੀ ਜਾਂਦੀ ਹੈ ਤੇ ਪ੍ਰਭੂ ਦੇ ਨਾਮ ਦੇ ਨਾਲ ਸੁਰਤ ਜੁੜ ਜਾਂਦੀ ਹੈ। ਦੂਸਰਾ ਸ਼ਲੋਕ ਵੀ ਗੁਰੂ ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ।
पहला तीजा, नाम रत्ता सतगुरु है, कल युग बोहित होए, गुरमुख होवै सो पार पवै, जिन्हां अंदर सच्चा सोए, नाम संभाले नाम संग्रह, नामे ही पत होए, नानक सतगुर पाया कर्म प्राप्त हुए। नाम रत्ता सतगुरु है। सतगुरु जो है वो प्रभु दे नाम दे रंग ਵਿੱਚ ਰੰਗਿਆ ਹੋਇਆ ਹੁੰਦਾ ਹੈ। ਸੱਚੇ ਗੁਰੂ ਦੀ ਪਛਾਣ ਹੀ ਇਹੀ ਹੈ ਕਿ ਗੁਰੂ ਆਪ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਆਪ ਪ੍ਰਭੂ ਆਪ ਹੀ, ਗੁਰੂ ਸਤਿਗੁਰੂ ਆਪ ਹੀ ਪ੍ਰਭੂ ਦੇ ਪਿਆਰ ਦੇ ਵਿੱਚ ਇਕਮਿਕ ਹੈ। ਸਤਿਗੁਰ ਵਿੱਚ ਔਰ ਪ੍ਰਭੂ ਦੇ ਵਿੱਚ ਫਿਰ ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ। ਜੋ ਗੁਰੂ ਪ੍ਰਭੂ ਵਾਲੇ ਗੁਣ ਹਨ ਉਹ ਸਤਿਗੁਰ ਦੇ ਅੰਦਰ ਵੀ ਪ੍ਰਗਟ ਹੋ ਜਾਂਦੇ ਹਨ। ਸਤਿਗੁਰ ਦੀ ਸਿੱਖਿਆ ਦੇ ਵਿੱਚ, ਸਤਿਗੁਰ ਦੇ ਬਚਨਾਂ ਦੇ ਵਿੱਚ ਪ੍ਰਭੂ ਦੇ ਬੋਲ ਹੀ ਬੋਲਦੇ ਹਨ। ਇਸੇ ਗੱਲ ਨੂੰ ਗੁਰੂ ਸਾਹਿਬ ਨੇ ਇਸ ਤਰੀਕੇ ਨਾਲ ਬਿਆਨ ਕੀਤਾ ਹੈ ਕਿ ਹੋ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀ। ਜੋ ਇਹ ਪ੍ਰਭੂ ਦਾ ਹੁਕਮ ਹੁੰਦਾ ਹੈ ਗੁਰੂ ਉਵੇਂ ਹੀ ਬਚਨ ਬੋਲਦਾ ਹੈ। तो गुरु ਦਾ ਸਾਰੇ ਕਰਮ, ਸਾਰੇ ਬਚਨ, ਸਾਰੇ ਬੋਲ ਜਿਹੜੇ ਹਨ ਉਹ ਪ੍ਰਭੂ ਦੀ ਰਜ਼ਾ ਦੇ ਵਿੱਚ ਹੀ ਹੁੰਦੇ ਹਨ। ਪ੍ਰਭੂ ਦੇ ਨਾਮ ਦੇ ਰੰਗ ਦੇ ਵਿੱਚ ਹੀ ਪ੍ਰਭੂ ਦਾ ਸਾਰਾ ਜੀਵਨ ਰੰਗਿਆ ਹੋਇਆ ਹੁੰਦਾ ਹੈ। ਪ੍ਰਭੂ ਦੇ ਪਿਆਰ ਦੇ ਵਿੱਚ ਹੀ ਜੁੜੇ ਹੁੰਦਾ ਹੈ। तो ऐसे गुणों ਦਾ ਮਾਲਕ ਸਤਿਗੁਰੂ ਜੋ ਨਾਮ ਦੇ ਰੰਗ ਵਿੱਚ ਭਿੱਜਾ ਹੋਇਆ ਹੈ ਉਹ ਕਲਯੁਗੀ ਜੀਵਾਂ ਨੂੰ ਤਾਰਨ ਲਈ ਇੱਕ ਜਹਾਜ਼ ਦਾ ਕੰਮ ਕਰਦਾ ਹੈ। ਕਲਯੁਗ ਬੋਹਿਤ ਹੋਏ। ਕਲਯੁਗ ਲਫ਼ਜ਼ ਜਿਹੜਾ ਹੈ ਉਹ ਸਨਾਤਨੀ ਮਤ ਦੇ ਵਿੱਚ ਹੋਰ ਅਰਥਾਂ ਦੇ ਵਿੱਚ ਵਰਤਿਆ ਗਿਆ ਹੈ। ਉਹਨਾਂ ਨੇ ਸਮੇਂ ਦੀ ਵੰਡ ਨੂੰ 4 ਯੁਗਾਂ ਦੇ ਵਿੱਚ ਵੰਡ ਦਿੱਤਾ ਹੈ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਸਭ ਤੋਂ ਪਹਿਲੇ ਉਹਨਾਂ ਦੇ ਹਿਸਾਬ ਨਾਲ ਸਤਯੁਗ ਸੀਗਾ, ਜਿਹਦੀ ਅਵਧੀ ਉਹਨਾਂ ਦੇ ਹਿਸਾਬ ਦੇ ਨਾਲ ਕੋਈ ਤਕਰੀਬਨ 17 ਲੱਖ ਸਾਲ ਹੈ। फिर उस तो बाद त्रेता युग आया जिहदी अवधि कोई 12.5 ਲੱਖ साल है। फिर द्वापर युग आया जिहड़ा कोई 8 8.5 ਲੱਖ साल दे समा सीगा। ते फिर उस तो बाद कलयुग आया जिहदी उम्र कहंदे ने जी 4 कुछ ਲੱਖ 4.25 ਲੱਖ साल है ते वो चल रहा है समा। ਇਹ ਉਹਨਾਂ ਦੀ ਮਨੌਤ। ਸੋਚਣ ਵਾਲੀ ਗੱਲ ਇਹ ਹੈ ਕਿ ਜੇ ਉਹਨਾਂ ਦੀ ਇਹ ਸਮੇਂ ਦੀ ਵੰਡ ਨੂੰ ਠੀਕ ਮੰਨ ਲਿਆ ਜਾਵੇ ਤਾਂ ਸਤਯੁਗ, ਤ੍ਰੇਤਾ ਤੇ ਦੁਆਪਰ ਦਾ ਸਮਾਂ ਮਿਲਾ ਕੇ ਤਕਰੀਬਨ 38 ਲੱਖ ਸਾਲ ਤਾਂ ਹੋ ਗਏ ਨੇ। ਤੇ ਉਹਨਾਂ ਦੇ ਗਿਣਤੀਆਂ ਮਿੰਤੀਆਂ ਦੇ ਹਿਸਾਬ ਨਾਲ ਸ਼ਾਇਦ ਲੱਖ ਕੁ ਸਾਲ ਕਲਯੁਗ ਦਾ ਵੀ ਨਿਕਲ ਗਿਆ ਹੋਵੇ ਜਾਂ ਪਤਾ ਨਹੀਂ ਥੋੜਾ ਘੱਟ ਵੀ ਹੋਵੇ, ਤਾਂ ਵੀ 38 39 ਲੱਖ ਸਾਲ ਤਾਂ ਉਹਨਾਂ ਦੇ ਹਿਸਾਬ ਨਾਲ ਹੋ ਗਏ ਹਨ। ਜਿਹੜੀਆਂ ਕਹਾਣੀਆਂ ਉਹਨਾਂ ਦੀ ਪੁਸਤਕਾਂ 'ਚ ਮਿਲਦੀਆਂ ਹਨ ਸਤਯੁਗ ਦੀਆਂ, ਜਿਸ ਦੇ ਵਿੱਚ ਸਤਯੁਗ ਦੇ ਵਿੱਚ ਗੌਤਮ ਰਿਸ਼ੀ ਹੋਇਆ ਸੀ, ਅਹਿਲਿਆ ਦੀ ਕਹਾਣੀ ਹੈ। ਸਤਯੁਗ ਦੇ ਵਿੱਚ ਹੀ ਪ੍ਰਹਿਲਾਦ ਤੇ ਹਰਨਾਕਸ਼ ਦੀ ਕਹਾਣੀ ਹੈ। ਤੋਂ ਉਦੋਂ ਵੀ ਮਤਲਬ ਇਨਸਾਨ ਚੰਗੇ ਮਾੜੇ ਸਾਰੇ ਹੁੰਦੇ ਸਨ, ਦੈਂਤ ਦੇਵਤੇ ਹੁੰਦੇ ਸਨ। ਇਹ ਗੱਲਾਂ 38 39 ਲੱਖ ਸਾਲ ਪੁਰਾਣੀਆਂ ਨੇ। ਪਰ ਜਿਨ੍ਹਾਂ ਲੋਕਾਂ ਨੇ ਪੂਰੇ ਵਿਗਿਆਨਕ ਢੰਗ ਦੇ ਨਾਲ ਸ੍ਰਿਸ਼ਟੀ ਦੀ ਰਚਨਾ ਅਤੇ ਸ੍ਰਿਸ਼ਟੀ ਦੇ ਵਿੱਚ ਜੀਵਾਂ ਦੀ ਉਤਪਤੀ, ਉਹਨਾਂ ਦੀ ਗਰੋਥ, ਉਹਦੀ ਸਾਰੀ ਸਟੱਡੀ ਕੀਤੀ ਹੈ। ਉਹਨਾਂ ਦੇ ਮੁਤਾਬਕ ਮਨੁੱਖਾਂ ਇਸ ਧਰਤੀ ਦੇ ਉੱਤੇ ਮਨੁੱਖ ਜਿਹੜੇ ਹਨ ਉਹ ਸ਼ਾਇਦ ਲੱਖ ਕੁ ਸਾਲ ਪਹਿਲਾਂ ਹੀ ਪੈਦਾ ਹੋਣੇ ਸ਼ੁਰੂ ਹੋਏ। ਜਿਹੜੇ ਵੀ ਮਨੁੱਖਾਂ ਦੇ ਪੂਰਵਜ ਸਨ, ਜਿਨ੍ਹਾਂ ਨੂੰ ਹੋਮੋ ਸੇਪੀਅਨ ਕਹਿੰਦੇ। 75,000 ਸਾਲ ਪਹਿਲਾਂ ਇਸ ਤਰ੍ਹਾਂ ਸਿੱਧੇ ਪੈਰਾਂ ਦੇ ਉੱਤੇ, 2 ਪੈਰਾਂ ਦੇ ਉੱਤੇ ਚੱਲਣ ਵਾਲੇ ਮਨੁੱਖ ਜਿਹੜੇ ਹਨ ਉਹ ਧਰਤੀ ਤੇ ਆਏ ਔਰ ਉਹਨਾਂ ਦੀ ਬੜੀ ਸਲੋ ਗਰੋਥ ਹੋਈ। ਉਹ ਸਿਰਫ ਜਾਨਵਰਾਂ ਦੇ ਵਾਂਗ ਜੀਵਨ ਜਿਉਂਦੇ ਸਨ, ਜਾਨਵਰਾਂ ਦਾ ਮਾंस ਖਾਂਦੇ ਸਨ, ਪੱਤੇ ਪੁੱਤੇ ਖਾਂਦੇ ਸੀਗੇ। ਇਸ ਤਰੀਕੇ ਨਾਲ ਉਹਨਾਂ ਦਾ ਜੀਵਨ ਚੱਲਦਾ ਸੀ। ਕੋਈ ਉਹਨਾਂ ਦੇ ਘਰ-ਬਾਰ ਨਹੀਂ ਸੀ ਹੁੰਦੇ, ਕੋਈ ਸਮਾਜ ਦੇ ਨਿਯਮ ਨਹੀਂ ਸੀ ਹੁੰਦੇ, ਕੋਈ ਕਿਤੇ ਅਲੱਗ ਸੈਟਲਮੈਂਟ ਨਹੀਂ ਸੀ ਹੁੰਦੀਆਂ। ਇਸ ਤਰੀਕੇ ਦਾ ਜੀਵਨ ਚੱਲਦਾ ਸੀ ਉਹਨਾਂ ਦਾ, ਜਿਵੇਂ ਜਾਨਵਰ ਰਹਿੰਦੇ ਸਨ
ਕਿਵੇਂ ਹੀ ਇਨਸਾਨ ਰਹਿੰਦੇ ਸੀ। ਇਹ ਕੇਵਲ ਕੋਈ 10-15 ਹਜ਼ਾਰ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਇਨਸਾਨਾਂ ਨੇ ਇੱਕ ਸਮਾਜਿਕ ਸੈਟਲਮੈਂਟ ਦੇ ਤੌਰ ਦੇ ਉੱਤੇ ਰਹਿਣਾ ਸ਼ੁਰੂ ਕੀਤਾ ਤੇ ਉਹਨਾਂ ਦੇ ਅੰਦਰ ਪਰਿਵਾਰ ਦਾ ਕਨਸੈਪਟ ਪੈਦਾ ਹੋਇਆ। ਤੇ ਜਦੋਂ ਉਹਨਾਂ ਨੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਤਾਂ ਇੱਕ ਥਾਂ ਤੇ ਟਿਕ ਕੇ ਰਹਿਣਾ ਉਹਨਾਂ ਨੇ ਸਿੱਖ ਲਿਆ। ਨਹੀਂ ਤਾਂ ਪਹਿਲਾਂ ਤੇ ਇਹ ਹੁੰਦਾ ਸੀਗਾ ਕਿ ਜਿੱਥੇ ਕਿਧਰੇ ਉਹਨਾਂ ਨੂੰ ਖੁਰਾਕ ਮਿਲਦੀ ਸੀ ਉਹ ਉੱਥੇ ਰਹਿੰਦੇ ਸਨ। ਜੇ ਕਿਧਰੇ ਕਿਸੇ ਇੱਕ ਇਲਾਕੇ ਦੀ ਖੁਰਾਕ ਜੋ ਉਹਨਾਂ ਨੂੰ ਚਾਹੀਦੀ ਸੀ ਜਿਸ ਤਰ੍ਹਾਂ ਦੀ ਉਹ ਨਹੀਂ ਮਿਲੀ ਤਾਂ ਉਹ ਅਗਲੇ ਇਲਾਕੇ ਤੋਂ ਤੁਰ ਪੈਂਦੇ ਸਨ। ਕੋਈ ਉਹਨਾਂ ਦਾ ਇੱਕ ਟਿਕਾਣਾ ਨਹੀਂ ਸੀ ਹੁੰਦਾ। ਪਰ ਜਦੋਂ ਖੇਤੀਬਾੜੀ ਦੀ ਉਹਨਾਂ ਨੂੰ ਸੋਝੀ ਆ ਗਈ ਤਾਂ ਉਹਨਾਂ ਨੇ ਇੱਕ ਥਾਂ ਟਿਕ ਕੇ ਖੇਤੀ ਕਰਨੀ ਸ਼ੁਰੂ ਕੀਤੀ। ਤੇ ਜਿਹੜਾ ਜਿਹਨੂੰ ਸ਼ਾਕਾਹਾਰੀ ਭੋਜਨ ਹੈ ਉਹ ਕਰਨਾ ਵੀ ਰੈਗੂਲਰ ਤੌਰ ਦੇ ਉੱਤੇ ਸ਼ੁਰੂ ਕੀਤਾ। ਨਹੀਂ ਤਾਂ ਪਹਿਲਾਂ ਤਾਂ ਬਹੁਤਾਤ ਵਿੱਚ ਉਹਨਾਂ ਦਾ ਮਾਸਾਹਾਰੀ ਭੋਜਨ ਹੀ ਹੁੰਦਾ ਸੀ। ਖੇਤੀਬਾੜੀ ਦੇ ਨਾਲ ਫਲ ਸਬਜ਼ੀਆਂ ਨੂੰ ਉਗਾਉਣ ਦੇ ਨਾਲ ਉਹਨਾਂ ਨੂੰ ਸ਼ਾਕਾਹਾਰੀ ਭੋਜਨ ਦੀ ਵੀ ਜਿਹੜੀ ਹੈ ਸਮਝ ਆ ਗਈ। ਉਹ ਇਹ 10,000 ਤੋਂ 15,000 ਸਾਲ ਦੇ ਵਕਫਾ ਹੈ ਜਿਹਦੇ ਵਿੱਚ ਇਨਸਾਨੀਅਤ ਜਿਸ ਤਰੀਕੇ ਦੇ ਸਮਾਜ ਨੂੰ ਅਸੀਂ ਸਮਝਦੇ ਹਾਂ ਉਹ ਕੰਮ ਸ਼ੁਰੂ ਹੋਏ। तो ये 38-39 ਲੱਖ ਸਾਲ ਦੀਆਂ ਕਹਾਣੀਆਂ ਕਿਵੇਂ ਜਸਟੀਫਾਈ ਹੁੰਦੀਆਂ ਨੇ ਇਹ ਉਹੀ ਜਾਣ ਸਕਦੇ ਹਨ ਜਿਨ੍ਹਾਂ ਨੇ ਕਹਾਣੀਆਂ ਲਿਖੀਆਂ ਨੇ। ਜਿਨ੍ਹਾਂ ਲੋਕਾਂ ਨੇ ਇਹਨਾਂ ਸਨਾਤਨ ਧਰਮ ਦੇ ਗ੍ਰੰਥਾਂ ਦਾ ਵੀ ਅਧਿਐਨ ਕੀਤਾ ਹੈ ਉਹਨਾਂ ਦੇ ਮੁਤਾਬਕ ਵੀ ਇਹਨਾਂ ਦਾ ਦੁਆਪਰ ਯੁੱਗ ਜਿਹੜਾ ਹੈ ਉਹ 5,000 ਸਾਲ ਤੋਂ ਜ਼ਿਆਦਾ ਪੁਰਾਣਾ ਨਹੀਂ ਹੈ। ਜਿਹੜੀ ਦੁਆਪਰ ਯੁੱਗ ਦੀਆਂ ਕਥਾਵਾਂ ਤ੍ਰੇਤਾ ਯੁੱਗ ਉਸ ਤੋਂ 1,000-1,200 ਸਾਲ ਹੋਰ ਲਾ ਲਓ ਪੁਰਾਣੇ ਲੈ ਦੇ ਕੇ 5-7 ਹਜ਼ਾਰ ਸਾਲ ਦੀਆਂ ਹੀ ਗੱਲਾਂ ਜਿਹੜੀਆਂ ਨੇ ਉਹ ਸਮਝ ਚ ਆਉਂਦੀਆਂ। ਉਹ ਗੁਰਬਾਣੀ ਦੇ ਅੰਦਰ ਲਫ਼ਜ਼ ਕਲਯੁਗ ਜ਼ਰੂਰ ਵਰਤਿਆ ਗਿਆ ਹੈ ਪਰ ਉਸ ਸੈਂਸ ਵਿੱਚ ਕਦੀ ਵੀ ਇਸਤੇਮਾਲ ਨਹੀਂ ਕੀਤਾ ਗਿਆ ਜਿਸ ਸੈਂਸ ਵਿੱਚ ਇਹ ਸਨਾਤਨ ਮਤ ਦੇ ਗ੍ਰੰਥਾਂ ਦੇ ਅੰਦਰ ਕਲਯੁਗ ਔਰ ਦੂਜੇ ਯੁਗਾਂ ਦੀ ਗੱਲ ਕੀਤੀ ਗਈ ਹੈ। ਇੱਥੇ ਕਲਯੁਗ ਦਾ ਜੋ ਭਾਵ ਹੈ ਉਹ ਸਮਾਂ ਜੋ ਕਲਹ ਕਲੇਸ਼ ਨਾਲ ਭਰਪੂਰ ਹੈ, ਝਗੜਿਆਂ ਨਾਲ ਭਰਪੂਰ ਹੈ, ਜਿਹੜੇ ਜਿਸ ਸਮੇਂ ਦੇ ਅੰਦਰ ਐਸੇ ਮਨੁੱਖ ਰਹਿੰਦੇ ਹਨ ਜਿਹੜੇ ਪ੍ਰਭੂ ਦੇ ਨਾਮ ਤੋਂ ਵਿਛੜੇ ਹੋਏ ਹਨ। ਜਿਵੇਂ ਗੁਰਬਾਣੀ ਦਾ ਇੱਕ ਫਰਮਾਨ ਹੈ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜਿਹੜਾ ਇਨਸਾਨ ਪ੍ਰਭੂ ਤੋਂ ਵਿਛੜਿਆ ਹੋਇਆ ਹੈ ਮਾਨੋ ਉਹਦਾ ਜੀਵਨ ਕਲਯੁਗ ਰੂਪੀ ਬਤੀਤ ਹੋ ਜਾਏ। ਇੱਕੋ ਹੀ ਸਮੇਂ ਦੇ ਅੰਦਰ ਗੁਰਬਾਣੀ ਦੇ ਅਨੁਸਾਰ ਕੋਈ ਇਨਸਾਨ ਕਲਯੁਗ ਦੇ ਵਿੱਚ ਜੀ ਰਿਹਾ ਹੋ ਸਕਦਾ ਹੈ ਤੇ ਕੋਈ ਸਤਯੁਗ ਵਿੱਚ ਜੀ ਰਿਹਾ ਵੀ ਹੋ ਸਕਦਾ ਹੈ। ਜੇ ਸਤਯੁਗ ਨੂੰ ਉਸ ਅਰਥ ਵਿੱਚ ਲਿਆ ਜਾਵੇ ਕਿ ਜਿੱਥੇ ਉਹਦੇ ਸਾਰੇ ਕਰਮ ਰੱਬੀ ਰਜ਼ਾ ਦੇ ਅਨੁਕੂਲ ਹੈ ਤਾਂ ਇਹ ਇੱਕੋ ਸਮੇਂ ਦੇ ਵਿੱਚ ਮੁਮਕਿਨ ਹੈ ਕਿ ਇੱਕ ਇਨਸਾਨ ਸਤਯੁਗੀ ਜੀਵਨ ਜੀ ਰਿਹਾ ਹੋਵੇ ਤੇ ਇੱਕ ਇਨਸਾਨ ਕਲਯੁਗੀ ਜੀਵਨ ਜੀ ਰਿਹਾ ਹੋਵੇ। ਇਹਦਾ ਗੁਰੂ ਨਾਨਕ ਪਾਤਸ਼ਾਹ ਦੇ ਅਨੁਸਾਰ ਤਾਂ ਉਹ ਕਲਯੁਗ ਕਿਤੇ ਵੀ ਕੋਈ ਐਸਾ ਨਹੀਂ ਹੈ ਜਿਹੜਾ ਕਿਸੇ ਖਾਸ ਦੇਸ਼ ਵਿੱਚ ਵਸਦਾ ਹੋਵੇ। ਜਿਵੇਂ ਕਿ ਉਹਨਾਂ ਦੇ ਨਾਲ ਜਨਮ ਸਾਖੀਆਂ ਦੇ ਵਿੱਚ ਕਹਾਣੀ ਜੋੜ ਦਿੱਤੀ ਗਈ ਹੈ ਕਿ ਉਹ ਕੱਲ ਜੋ ਗੁਰੂ ਸਾਹਿਬ ਨੂੰ ਮਿਲਿਆ ਤੇ ਉਹਦੇ ਨਾਲ ਗੱਲਬਾਤ ਕੀਤੀ ਗਈ। ਉਹਨੇ ਕਿਹਾ ਕਿ ਮੈਨੂੰ ਇਸ ਸੰਗਤ ਵਿੱਚ ਬੈਠਣ ਦੀ ਇਜਾਜ਼ਤ ਦਿਓ ਤੇ ਫालतू ਦੀ ਇਸ ਤਰੀਕੇ ਦੀ ਕਹਾਣੀਆਂ ਘੜੀਆਂ ਹੋਈਆਂ ਹਨ। ਗੁਰੂ ਸਾਹਿਬ ਦਾ ਆਪਣਾ ਹੀ ਫਰਮਾਨ ਹੈ ਕਿ ਐਸਾ ਕੋਈ ਕਲਯੁਗ ਕਿਸੇ ਦੇਸ਼ ਵਿੱਚ ਆਇਆ ਰਿਹਾ ਅਸੀਂ ਨਹੀਂ ਸੁਣਿਆ ਤੇ ਨਾ ਹੀ ਐਸਾ ਕੁਝ ਕੋਈ ਕਲਯੁਗ ਹੁੰਦਾ ਹੈ। तो ਇੱਥੇ ਵੀ ਜੋ ਕਲਯੁਗ ਦਾ ਲਫ਼ਜ਼ ਗੁਰੂ ਸਾਹਿਬ ਨੇ ਵਰਤਿਆ ਹੈ ਕਿ ਕਲਯੁਗੀ ਜੀਵਾਂ ਉਹਨਾਂ ਜੀਵਾਂ ਨੂੰ ਜਿਹੜੇ ਕਲਹ ਕਲੇਸ਼ ਵਿੱਚ ਜੀਂਦੇ ਹਨ ਜਿਹੜੇ ਪ੍ਰਭੂ ਦੇ ਨਾਮ ਤੋਂ ਟੁੱਟੇ ਹੋਏ ਹਨ ਉਹਨਾਂ ਨੂੰ ਇਸ ਸੰਸਾਰ ਭਵਜਲ ਤੋਂ ਤਾਰਨ ਵਾਸਤੇ ਗੁਰੂ ਜਿਹੜਾ ਹੈ ਉਹ ਬੋਹਿਤ ਦਾ ਇੱਕ ਜਹਾਜ਼ ਦਾ ਕੰਮ ਕਰਦਾ ਹੈ। ਨਾਮ ਰਤਾ ਸਤਿਗੁਰੂ ਹੈ ਕਲਯੁਗ ਬੋਹਿਤ ਹੋਏ। ਇਸ ਕਲਹ ਕਲੇਸ਼ ਰੂਪੀ ਜੀਵਨ ਬਤੀਤ ਕਰਨ ਵਾਲੇ ਮਨੁੱਖਾਂ ਦੇ ਵਾਸਤੇ ਗੁਰੂ ਇੱਕ ਜਹਾਜ਼ ਦਾ ਕੰਮ ਕਰਦਾ ਹੈ। ਜਿਵੇਂ ਸਮੁੰਦਰ ਦੇ ਅੰਦਰ ਸਮੁੰਦਰ ਨੂੰ ਪਾਰ ਕਰਨ ਵਾਸਤੇ ਆਮ ਇਨਸਾਨ ਜਿਹੜੇ ਚੰਗੀ ਤਰ੍ਹਾਂ ਨਾਲ ਤੈਰਨਾ ਨਹੀਂ ਜਾਣਦੇ ਤੇ ਜੇ ਤੈਰਨਾ ਜਾਣਦੇ ਵੀ ਹੋਣ ਤਾਂ ਵੀ ਚੰਗੇ ਤੈਰਾਕ ਵੀ ਸਮੁੰਦਰ ਨੂੰ ਤਰ ਕੇ ਨਹੀਂ ਪਾਰ ਕਰ ਸਕਦੇ। ਉਹਦੇ ਵਾਸਤੇ ਜਹਾਜ਼ ਦੀ ਜ਼ਰੂਰਤ ਹੁੰਦੀ ਹੈ। ਉਹ ਜਹਾਜ਼ ਦਾ ਕੰਮ ਜੋ ਹੈ ਉਹ ਗੁਰੂ ਕਰਦਾ ਹੈ ਇਸ ਭਵਜਲ ਸੰਸਾਰ ਨੂੰ ਪਾਰ ਕਰਾਉਣ ਵਾਸਤੇ। ਇਸ ਸੰਸਾਰ ਨੂੰ ਭਵਜਲ ਨਾਲ ਤੁਲਨਾ ਦਿੱਤੀ ਗਈ ਹੈ, ਸਮੁੰਦਰ ਨਾਲ ਤੁਲਨਾ ਦਿੱਤੀ ਗਈ ਹੈ ਕਿ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਹੁੰਦੀਆਂ ਹਨ ਜਿਹੜੀਆਂ ਤਰਨ ਵਾਲੇ ਇਨਸਾਨ ਨੂੰ ਬਹੁਤ ਸਾਰੇ ਝੂਲੇ ਝੁਲਾਉਂਦੀਆਂ ਹਨ
ਥਪੇੜੇ ਦਿੰਦੀਆਂ ਹਨ, ਕਦੀ ਉੱਪਰ ਕਦੀ ਥੱਲੇ ਲੈ ਜਾਂਦੀਆਂ ਹਨ। ਤਿਵੇਂ ਹੀ ਇਸ ਸੰਸਾਰ ਦੇ ਅੰਦਰ ਵਿਸ਼ੇ ਵਿਕਾਰ ਜਿਹੜੀਆਂ ਲਹਿਰਾਂ ਜਿਹੜੀਆਂ ਹਨ ਉਹ ਇਨਸਾਨ ਨੂੰ ਡੁਲਾਉਂਦੀਆਂ ਹਨ। ਤੋ ਇਹਨਾਂ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਤੋਂ ਪਾਰ ਕਰਨ ਵਾਸਤੇ ਸਤਿਗੁਰ ਜੋ ਹੈ ਉਹ ਇੱਕ ਜਹਾਜ਼ ਦਾ ਕੰਮ ਕਰਦਾ ਹੈ। ਉਹ ਕੌਣ ਹਨ ਜਿਹੜੇ ਲੋਕ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹਨ ਇਸ ਜਹਾਜ਼ ਦੇ ਰਾਹੀਂ? ਉਹ ਅਗਲੀ ਪੰਕਤੀ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਗੁਰਮੁਖ ਹੋਵੇ ਸੋ ਪਾਰ ਪਵੈ ਜਿਨ੍ਹਾਂ ਅੰਦਰ ਸੱਚਾ ਸੋਏ। ਜਿਹੜਾ ਵੀ ਇਨਸਾਨ ਗੁਰੂ ਦੇ ਸਨਮੁਖ ਹੁੰਦਾ ਹੈ, ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਗੁਰੂ ਦੇ ਸਨਮੁਖ ਉਹੀ ਹੁੰਦੇ ਹਨ ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਹਨ। ਤਾਂ ਐਸਾ ਇਨਸਾਨ ਫਿਰ ਭਵਜਲ ਤੋਂ, ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ, ਕਿਉਂਕਿ ਗੁਰੂ ਦੀ ਦਿੱਤੀ ਹੋਈ ਜੀਵਨ ਜਾਚ ਅਨੁਸਾਰ ਉਹਨਾਂ ਦੇ ਅੰਦਰ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਸੱਚਾ ਨਾਮ ਟਿਕ ਜਾਂਦਾ ਹੈ। ਗੁਰਮੁਖ ਹੋਵੇ ਸੋ ਪਾਰ ਪਵੈ ਜਿਨ੍ਹਾਂ ਅੰਦਰ ਸੱਚਾ ਸੋਏ। ਜਿਹੜੇ ਵੀ ਗੁਰੂ ਦੇ ਸਨਮੁਖ ਹੁੰਦੇ ਹਨ ਉਹਨਾਂ ਦੇ ਅੰਦਰ ਉਹ ਸੱਚੇ ਪ੍ਰਭੂ ਦਾ ਨਾਮ ਧਨ ਇਕੱਠਾ ਹੁੰਦਾ ਹੈ, ਨਾਮ ਧਨ ਟਿਕ ਜਾਂਦਾ ਹੈ। ਉਹ ਫਿਰ ਇਸ ਸੰਸਾਰ ਭਵਜਲ ਤੋਂ ਪਾਰ ਹੋ ਜਾਂਦੇ ਹਨ। ਉਹ ਫਿਰ ਆਪਣੇ ਜੀਵਨ ਦੇ ਵਿੱਚ ਕੀ ਕਰਦੇ ਹਨ? ਨਾਮ ਸੰਭਾਲੇ, ਨਾਮ ਸੰਗ੍ਰਹ ਹੈ, ਨਾਮੇ ਹੀ ਪਤ ਹੋਏ। ਐਸਾ ਇਨਸਾਨ ਫਿਰ ਨਾਮ ਦੀ ਸੰਭਾਲ ਕਰਦਾ ਹੈ, ਨਾਮ ਧਨ ਹੀ ਇਕੱਠਾ ਕਰਦਾ ਹੈ ਅਤੇ ਹਰੀ ਦੀ ਦਰਗਾਹ ਦੇ ਵਿੱਚ ਨਾਮ ਦਾ ਸਦਕਾ ਹੀ ਉਹਦੀ ਇੱਜ਼ਤ ਵੀ ਹੁੰਦੀ ਹੈ। ਪ੍ਰਭੂ ਦੇ ਨਾਮ ਦੇ ਨਾਲ ਜੁੜਿਆ ਹੋਇਆ ਨੂੰ ਪ੍ਰਭੂ ਦੀ ਦਰਗਾਹ ਦੇ ਵਿੱਚ ਵੀ ਆਦਰ ਮਾਨ ਸਤਿਕਾਰ ਇੱਜ਼ਤ ਮਿਲਦੀ ਹੈ। ਅੰਤਲੀ ਪੰਕਤੀ ਗੁਰੂ ਸਾਹਿਬ ਕਹਿੰਦੇ ਹਨ ਕਿ ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ। ਸਤਿਗੁਰ ਨੂੰ ਮਿਲ ਕੇ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਬਣਿਆ ਜਾਂਦਾ ਹੈ ਤੇ ਇਸ ਤਰੀਕੇ ਦੇ ਨਾਲ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ। ਸਤਿਗੁਰ ਨੂੰ ਮਿਲ ਕੇ ਪ੍ਰਭੂ ਦੀ ਮਿਹਰ ਦੇ ਨਾਲ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਬਣਿਆ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਇਹ ਸਭ ਕੁਝ ਪ੍ਰਭੂ ਦੀ ਬਖਸ਼ਿਸ਼ ਸਦਕਾ ਹੀ ਹੈ। ਸਤਿਗੁਰ ਦੇ ਨਾਲ ਮਿਲਾਪ ਵੀ ਪ੍ਰਭੂ ਦੀ ਬਖਸ਼ਿਸ਼ ਸਦਕਾ ਹੁੰਦਾ ਹੈ ਤੇ ਸਤਿਗੁਰ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾ ਕੇ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਔਰ ਪ੍ਰਭੂ ਦੀ ਦਰਗਾਹ ਦੇ ਵਿੱਚ ਇੱਜ਼ਤ ਮਾਨ ਦਾ ਪਾਤਰ ਬਣਿਆ ਜਾਂਦਾ ਹੈ। ਪੌੜੀ आपके पारस आप तात है, आप कीतोन कंचन। आपके पारस आप तात है, आप कीतोन कंचन। आपे ठाकुर सेवक आपे, आपे ही पाप खंडन। आपे सब कट भोगवै स्वामी, आपे ही सब अंजन। आप विवेक आप सब बेता, आपे गुरमुख भंजन। जन नानक सलाह ना रजै, तुद करते तू हर सुख दाता वडन। ਇਸ ਪੌੜੀ ਦੇ ਅੰਦਰ ਵੀ ਉਹੀ ਭਾਵ ਹਨ ਜੋ ਪਿਛਲੀਆਂ ਪੌੜੀਆਂ ਦੇ ਵਿੱਚ ਪ੍ਰਕਰਨ ਚੱਲ ਰਿਹਾ ਹੈ ਕਿ ਸਭ ਕੁਝ, ਸਭ ਜੀਵਾਂ ਦੇ ਅੰਦਰ ਸਭ ਕੁਝ ਕਰਨ ਕਰਾਉਣ ਵਾਲਾ ਉਹ ਪ੍ਰਭੂ ਆਪ ਹੈ। ਸਭ ਜੀਵਾਂ ਵਿੱਚ ਉਹ ਆਪ ਹੀ ਵਰਤ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿੱਚ ਉਹਦੀ ਹੋਂਦ ਹੈ। ਉਹ ਇੱਥੇ ਵੀ ਉਸੇ ਪ੍ਰਕਰਨ ਨੂੰ ਹੀ ਅੱਗੇ ਕੰਟੀਨਿਊ ਕਰਦੇ ਹਨ ਕਿ ਆਪੇ ਪਾਰਸ ਆਪ ਧਾਤ ਹੈ, ਆਪ ਕੀਤੋਨ ਕੰਚਨ। ਪਾਰਸ ਪੱਥਰ ਇੱਕ ਪੁਰਾਤਨ ਸਾਹਿਤ ਦੇ ਵਿੱਚ ਮਨੌਤ ਚਲਦੀ ਆਉਂਦੀ ਹੈ ਕਿ ਇੱਕ ਐਸਾ ਪੱਥਰ ਹੁੰਦਾ ਹੈ ਜਿਹਦੇ ਨਾਲ ਅਗਰ ਲੋਹੇ ਨੂੰ ਛੁਆ ਦਿੱਤਾ ਜਾਵੇ ਤਾਂ ਲੋਹੇ ਤੋਂ ਸੋਨਾ ਬਣ ਜਾਂਦਾ ਹੈ। तो गुरु साहब ने पूरे गुरु की वडियाई करने वास्ते भी इस पारस की मिसाल नूं वरत्या है कि सतगुरु ऐसा पारस वर्गा हुंदा है ਜਿਹੜੇ ਵੀ ਉਹਦੀ ਸ਼ਰਨ ਵਿੱਚ ਆਉਂਦੇ ਹਨ ਉਹ ਭਾਵੇਂ ਲੋਹੇ ਵਰਗੇ ਸਧਾਰਨ ਮਨੁੱਖ ਹੋਣ, ਉਹ ਕੰਚਨ ਵਰਗੇ ਉੱਤਮ ਪੁਰਖ ਮਨੁੱਖ ਬਣ ਜਾਂਦੇ ਹਨ। ਇੱਥੇ ਪ੍ਰਮਾਤਮਾ ਦੀ ਸਿਫਤ ਕਰਦਿਆਂ ਹੋਇਆਂ ਵੀ ਪਾਰਸ ਦੀ ਤਸ਼ਬੀਹ ਕੀਤੀ ਹੈ कि प्रभु आप ही पारस है, आप ही लोहा है, वो धात है जिहड़ी धात नूं पारस छुआ के ते कंचन भाव सोना बनाया जा सकता है। तो प्रभु आप ही पारस है, आप ही लोहा है ते आप ही उस लोहे तो वो सोना उसनूं
बनाने वाला ਉਹ ਸੋਨਾ ਵੀ ਆਪ ਹੀ ਬਣਦਾ ਹੈ। ਆਪੇ ਠਾकुर सेवक आपे आपे ही पाप खंडन। आप ही वो ठाकुर है, आप ही सेवक है। ठाकुर का मतलब ਹੁੰਦਾ है जो मालक है, ਜਿਹਦਾ 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 ਸਤਕਾਰ ਕਰਨਾ ਬਣਦਾ ਹੈ। ਸੇਵਕ ਹੈ ਜੋ ਉਹਦੀ ਸੇਵਾ ਕਰਨ ਵਾਲਾ ਹੈ। ਉਹ ਠਾकुर ਵੀ ਆਪ ਹੈ ਤੇ ਸੇਵਕ ਹੀ ਆਪ ਹੈ ਤੇ ਆਪ ਹੀ ਉਹ ਜੀਵਾਂ ਦੇ ਪਾਪ ਦੂਰ ਕਰਨ ਵਾਲਾ ਹੈ। ਜੀਵਾਂ ਦੇ ਅੰਦਰ ਜੋ ਕਮਜ਼ੋਰੀਆਂ ਹਨ, ਜੋ ਕਮੀਆਂ ਹਨ, ਉਹਨਾਂ ਨੂੰ ਖਤਮ ਕਰਨ ਵਾਲਾ ਵੀ ਪ੍ਰਭੂ ਆਪ ਹੀ ਹੈ। ਆਪੇ ਸਭ ਘਟ ਭੋਗਵੈ ਸੁਆਮੀ, ਆਪੇ ਹੀ ਸਭ ਅੰਜਨ। ਘਟ ਤੋਂ ਭਾਵ ਹੈ ਉਹ ਸਾਰੇ ਸਰੀਰ, ਸਾਰੇ ਮਨੁੱਖਾਂ, ਸਾਰੀ ਸ੍ਰਿਸ਼ਟੀ ਦੇ ਅੰਦਰ ਸਭ ਕੁਝ ਵਿਆਪਕ ਹੋ ਕੇ ਇਹ ਮਾਇਕ ਪਦਾਰਥਾਂ ਨੂੰ ਭੋਗਣ ਵਾਲਾ ਵੀ ਪ੍ਰਭੂ ਆਪ ਹੀ ਹੈ। ਅੰਜਨ ਦਾ ਅਰਥ ਹੁੰਦਾ ਹੈ ਸੁਰਮਾ ਜਾਂ ਕਾਲਖ। ਇੱਥੇ ਗੁਰਬਾਣੀ ਦੇ ਅੰਦਰ ਇਸ ਕਾਲਖ ਜਾਂ ਮਾਇਆ ਵਾਲੇ ਲਫ਼ਜ਼ ਨੂੰ ਮਾਇਆ ਦੇ ਅਰਥਾਂ ਦੇ ਵਿੱਚ ਵਰਤਿਆ ਗਿਆ ਹੈ। तो प्रभु आप ही सब जीवां दे अंदर, सब ਹਿਰਦਿਆਂ ਦੇ ਅੰਦਰ ਆਪ ਵਸ ਰਿਹਾ ਹੁੰਦਾ ਹੈ ਅਤੇ ਉਹਨਾਂ ਸਰੀਰਾਂ ਦੇ ਵਿੱਚ ਰਹਿ ਕੇ ਆਪ ਹੀ ਇਹ ਮਾਇਕ ਪਦਾਰਥਾਂ ਨੂੰ ਭੋਗਦਾ ਹੈ, ਉਹਨਾਂ ਦੀ ਵਰਤੋਂ ਕਰਦਾ ਹੈ। ਤੇ ਮਾਇਆ, ਜਿਸ ਮਾਇਆ ਦਾ ਭੋਗ ਇਹ ਸਰੀਰ ਕਰਦੇ ਹਨ, ਉਹ ਮਾਇਆ ਵੀ ਉਹ ਪ੍ਰਭੂ ਆਪ ਹੀ ਹੈ, ਕਿਉਂਕਿ ਇਹ ਸਭ ਕੁਝ ਉਸ ਪ੍ਰਭੂ ਦਾ ਹੀ ਆਪਣੇ ਆਪ ਤੋਂ ਬਣਾਇਆ ਹੋਇਆ ਹੈ, ਸਾਰਾ ਪਸਾਰਾ ਹੈ। ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਵੀ ਆਪ ਹੈ ਤੇ ਮਾਇਆ ਦਾ ਪਸਾਰਨ ਵਾਲਾ ਵੀ ਉਹ ਪ੍ਰਭੂ ਆਪ ਹੀ ਹੈ। ਫਿਰ ਅਗਲੀ ਪੰਕਤੀ ਚ ਕਹਿੰਦੇ ਹਨ ਕਿ ਆਪ ਵਿਵੇਕ ਆਪ ਸਭ ਵੇਤਾ ਆਪੇ ਗੁਰਮੁਖ ਭੰਜਨ। ਉਹ ਆਪ ਹੀ ਵਿਵੇਕ ਹੈ, ਆਪ ਚੰਗੇ ਅਤੇ ਮਾੜੇ ਦੇ ਵਿੱਚ ਫਰਕ ਕਰਨ ਵਾਲਾ, ਠੀਕ ਅਤੇ ਗਲਤ ਦੇ ਵਿੱਚ ਫਰਕ ਕਰਨ ਵਾਲਾ ਜੋ ਗਿਆਨ ਹੈ ਉਹ ਵੀ ਪ੍ਰਭੂ ਆਪ ਹੀ ਹੈ। ਅਤੇ ਇਸ ਗਿਆਨ ਨੂੰ ਜਾਣਨ ਵਾਲਾ ਜੋ ਵੇਤਾ, ਜਿਸਨੂੰ ਇਹ ਗਿਆਨ ਹੈ, ਉਹ ਗਿਆਨ ਨੂੰ ਜਾਣਨ ਵਾਲਾ ਵੀ ਉਹ ਆਪ ਹੀ ਹੈ। ਆਪੇ ਗੁਰਮੁਖ ਭੰਜਨ ਅਤੇ ਗੁਰੂ ਦੇ ਸਨਮੁਖ ਹੋ ਕੇ ਮਾਇਆ ਦੇ ਬੰਧਨਾਂ ਨੂੰ ਤੋੜਨ ਵਾਲਾ। ਭੰਜਨ ਦਾ ਅਰਥ ਹੁੰਦਾ ਹੈ ਤੋੜਨਾ। तो गुरमुख, गुरमुख ਦੇ ਸਨਮੁਖ ਹੋ ਕੇ ਮਾਇਆ ਦੇ ਬੰਧਨਾਂ ਨੂੰ ਤੋੜਨ ਵਾਲਾ ਵੀ ਉਹ ਪ੍ਰਭੂ ਆਪ ਹੀ ਹੈ। ਜੋ ਅਗਿਆਨਤਾ, ਜੋ ਭਰਮ ਮਾਇਆ ਦੇ ਵਿੱਚ ਖਚਤ ਹੋਣ ਕਰਕੇ ਹੁੰਦੇ ਹਨ, ਉਹਨਾਂ ਭਰਮਾਂ ਨੂੰ ਤੋੜਨ ਵਾਲਾ ਵੀ ਪ੍ਰਭੂ ਆਪ ਹੀ ਹੈ। ਉਹ ਆਪ ਵਿਵੇਕ, ਇਹ ਗਿਆਨ ਵੀ ਆਪ ਹੈ, ਗਿਆਨ ਨੂੰ ਜਾਣਨ ਵਾਲਾ ਵੀ ਆਪ ਹੈ ਤੇ ਗੁਰੂ ਦੇ ਸਨਮੁਖ ਹੋ ਕੇ ਮਾਇਆ ਦੇ ਭਰਮ ਜਾਲ ਨੂੰ ਤੋੜਨ ਵਾਲਾ ਵੀ ਪ੍ਰਭੂ ਆਪ ਹੀ ਹੈ। ऐसे बेअंत गुना दे मालक दी सिफत सलाह करन वाले गुरु नानक पातशाह कहते हैं कि जन नानक सलाह ना रज्जै तुद करते तू हर सुख दाता फडन। हे करतार, हे सृष्टि दे रचनहार, तेरा दास नानक तेरी सिफत सलाह करदा रजदा नहीं है। भाव तेरी सिफत कभी पूरी हो ही नहीं सकती। कोई सिफत करके ਤਾਂ ਰਜੇ ਜੇ ਪ੍ਰਭੂ ਦੀ ਪੂਰੀ ਸਿਫਤ ਕੀਤੀ ਜਾ ਸਕਦੀ ਹੋਵੇ। ਪ੍ਰਭੂ ਦੇ ਸਾਰੇ ਗੁਣਾਂ ਦਾ ਬਿਆਨ ਕਰਨਾ ਹੀ ਮੁਮਕਿਨ ਨਹੀਂ ਹੈ, तो इसलिए कोई सिफत करके किमें राजी सकता है। तो नानक सलाह ना रजै तुद करते, हे प्रभु, हे करतार, तेरी सिफत सलाह करदे होया तेरा दास नानक कदी रजदा नहीं है कि तू सब तो वड्डा सुखां दा दाता है। तेरी सिफत सलाह ਦੇ ਕਰਦਿਆਂ ਵੀ ਸਭ ਜੀਵਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਤੇਰੀ ਸਿਫਤ ਸਲਾਹ ਦੇ ਵਿੱਚੋਂ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। तो मैं तेरी सिफत करदिया होया कदी रजदा नहीं हाँ। सब तो वड्डा दाता ही तू आप है। तेरे दित्तियां हुई दातां नाल ही असीं साडा जीवन चलदा है। सानू बनाउण वाला भी, पैदा करने वाला भी तू आप है। ये सारी सृष्टि का रचनहार भी तू आप है। ये सारा ये जो माया का पसारा है ये भी तेरा ही बनाया होया, तेरा ही किया होया है। तेरी सिफत कर करके भी दास नानक जो कभी रज नहीं आंदा, क्योंकि तू ही सब दाता देने वाला है, सब सुखा का दाता, सब तो वड्डा तू आप है। तेरी सिफत विचों ही सुख की प्राप्ति हुंदी है। तो ये प्रभु सब कुछ करने वाला, सारी रचना नूं बनाने वाला, सब जीवां दे अंदर आप व्यापक है ਤੇ ਆਪ ਹੀ ਇਹ ਸਾਰੇ ਮਾਇਆ ਦੇ ਰਸਾਂ ਨੂੰ ਵੀ ਭੋਗ ਰਿਹਾ ਹੈ। ਇਹ ਪਿਛਲੇ ਕਾਫੀ ਸਾਰੀ ਪੌੜੀਆਂ ਤੋਂ ਇਹੀ ਪ੍ਰਕਰਨ ਚੱਲਦਾ ਆ ਰਿਹਾ ਹੈ
कि सब कुछ ਕਰਨ ਕਰਾਉਣ ਵਾਲਾ ਤੇ ਸਭ ਕੁਝ ਸਰਵ ਵਿਆਪਕ ਉਹ ਪ੍ਰਭੂ ਆਪ ਹੀ ਆਪ ਹੈ। ਲੋਕਾਂ ਦੇ ਅੰਦਰ ਗੁਰੂ ਦੀ ਜੋ ਅਹਿਮੀਅਤ ਹੈ, ਗੁਰੂ ਦੀ ਸ਼ਰਨ ਵਿੱਚ ਪੈ ਕੇ ਜੋ ਪ੍ਰਭੂ ਦੇ ਨਾਮ ਦੇ ਨਾਲ ਜੁੜ ਕੇ ਪ੍ਰਭੂ ਦੇ ਨਾਲ ਪਿਆਰ ਦਾ ਰਿਸ਼ਤਾ ਸੰਬੰਧ ਜੋੜਿਆ ਜਾ ਸਕਦਾ ਹੈ ਤੇ ਪ੍ਰਭੂ ਦੀ ਦਰਗਾਹ ਦੇ ਵਿੱਚ ਇੱਜ਼ਤ ਦਾ ਪਾਤਰ ਬਣਿਆ ਜਾ ਸਕਦਾ ਹੈ। ਉਸ ਗੱਲ ਦਾ ਬਿਆਨ ਕੀਤਾ ਗਿਆ ਹੈ ਕਿ ਪੌੜੀ ਦੇ ਅੰਦਰ ਪ੍ਰਭੂ ਦੀ ਸਰਵ ਵਿਆਪਕਤਾ, ਸਰਵ ਕਲਾ ਸਮਰੱਥ ਹੋਣ ਦੀ ਗੁਣ ਦੀ ਬਿਆਨ ਕੀਤਾ ਗਿਆ ਹੈ। ਇਹ ਵਿਚਾਰ ਪ੍ਰਵਾਨ ਕਰਨੇ ਜੀ ਹੋਈਆਂ ਪਈਆਂ ਬੀਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।